ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਲਕਮ ਟੂ ਦ ਚੈਨਲ ਆਫ ਆਪਟੀਮਿਸਟਿਕ ਫੋਰਸ। ਮਾਈ ਨੇਮ ਇਜ਼ ਅਵਨੀਤ ਸਿੰਘ। ਪੈਰਾਫਰੇਜ਼ ਕਰਨ ਦੀ ਜਿਹੜੀ ਐਬਿਲਿਟੀ ਹੈ ਨਾ, ਅੱਜ ਸਾਰਿਆਂ ਦੇ ਵਿੱਚ ਘਟਦੀ ਜਾ ਰਹੀ ਹੈ। ਇਹ ਬਹੁਤ ਇੰਪੋਰਟੈਂਟ ਸੈਗਮੈਂਟ ਹੈ ਜਦ ਵੀ ਤੁਸੀਂ ਕੋਈ ਵੀ ਲੈਂਗੁਏਜ ਫਾਰਮੇਸ਼ਨ ਕਰਨੀ ਹੁੰਦੀ ਹੈ, ਠੀਕ ਹੈ ਨਾ। ਚਾਹੇ ਤੁਸੀਂ ਦੇਖੋ, ਤੁਸੀਂ ਕੋਈ ਵੀ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਦਾ ਐਗਜ਼ਾਮ ਦੇ ਸਕਦੇ ਹੋ, ਆਇਲਸ, ਪੀਟੀ, ਟੋਫਲ, ਸੈਲਪਿਪ, ਐਨੀ ਅਦਰ, ਰਾਈਟ। ਗੱਲ ਸਮਝੋ, ਪੈਰਾਫਰੇਜ਼ ਦਾ ਮਤਲਬ ਕੀ ਹੁੰਦਾ। ਪਹਿਲਾਂ ਜਦ ਤੁਸੀਂ ਕੋਈ ਵੀ ਚੀਜ਼ ਨੂੰ ਪੜ੍ਹਦੇ ਹੋ ਜਾਂ ਸੁਣਦੇ ਹੋ, ਜਦੋਂ ਤੁਸੀਂ ਇਹਨੂੰ ਆਪਣੇ ਸ਼ਬਦਾਂ ਦੇ ਵਿੱਚ ਬੋਲ ਕੇ ਜਾਂ ਲਿਖ ਕੇ ਪੇਸ਼ ਕਰਦੇ ਹੋ, ਉਹਨੂੰ ਕਹਿੰਦੇ ਆ ਪੈਰਾਫਰੇਜ਼ ਕਰਨਾ। ਹੁਣ ਇਹ ਇੰਨੀ ਇੰਪੋਰਟੈਂਟ ਸਕਿੱਲ ਹੈ ਵੀ ਕਿਸੇ ਨੂੰ ਪਤਾ ਹੀ ਨਹੀਂ ਹੈਗਾ। ਇਸ ਕਰਕੇ ਜ਼ਿਆਦਾਤਰ ਜਿਹੜੇ ਆਇਲਸ ਦੀ ਤਿਆਰੀ ਕਰ ਰਹੇ ਨੇ ਜਾਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਵਾਈ ਆਰ ਦੋਜ਼ ਸਟੂਡੈਂਟਸ ਐਕਚੁਅਲੀ ਡਿਪੈਂਡੈਂਟ ਟੂ ਮਚ ਔਨ ਟੈਂਪਲੇਟਸ। ਦਿਸ ਇਜ਼ ਵਾਈ। ਹੈ ਕਿ ਨਹੀਂ? ਤੁਸੀਂ ਆਪ ਰਿਲੇਟ ਕਰ ਸਕਦੇ ਹੋ। ਅਗਰ ਤੁਸੀਂ ਤਿਆਰੀ ਕਰ ਰਹੇ ਹੋ ਜਾਂ ਕਰ ਚੁੱਕੇ ਹੋ, ਤੁਹਾਨੂੰ ਵੀ ਪਤਾ, ਅਗਰ ਤੁਸੀਂ ਟੈਂਪਲੇਟ ਯੂਜ਼ ਕਰਦੇ ਹੋ ਜਾਂ ਤੁਹਾਡੇ ਅਰਾਊਂਡ ਲੋਕਾਂ ਦੀ ਸੋਚ ਹੈ ਟੈਂਪਲੇਟ ਯੂਜ਼ ਕਰਨ ਦੀ, ਉਹ ਇਸੇ ਕਰਕੇ ਹੈ ਨਾ, ਬਿਕਾਜ਼ ਉਹਨਾਂ ਨੂੰ ਆਪ ਨਹੀਂ ਲਿਖਣਾ ਆਉਂਦਾ, ਸਮਝਾਉਣਾ ਆਉਂਦਾ, ਬੋਲਣਾ ਆਉਂਦਾ, ਲਿਖਣਾ ਆਉਂਦਾ। ਅਤੇ ਇਹ ਖਾਸ ਕਰਕੇ ਤੁਹਾਡੀ ਜਿਹੜੀ ਆਇਲਸ ਦੀ ਰਾਈਟਿੰਗ ਹੈ ਨਾ, ਉਹਦੇ ਵਿੱਚ ਤੁਹਾਨੂੰ ਇੰਪੈਕਟ ਕਰਦਾ। ਦੇਖੋ, ਤੁਸੀਂ ਇੰਗਲਿਸ਼ ਆਨਰਸ, ਡਬਲ ਆਨਰਸ ਕੀਤੀ ਹੋ ਸਕਦੀ ਹੈ, MA ਇਨ ਇੰਗਲਿਸ਼ ਕੀਤੀ ਹੋ ਸਕਦੀ, ਡਬਲ MA ਕੀਤੀ ਹੋ ਸਕਦੀ ਹੈ। ਤਾਂ ਮੈਂ ਆਪਣੇ ਵਿਊਅਰਸ ਨੂੰ ਦੱਸ ਦੇਣਾ ਚਾਹੁੰਦਾ ਵੀ ਤੁਸੀਂ ਇਹ ਨਾ ਸੋਚੋ, ਅਗਰ ਤੁਸੀਂ ਇੱਕ ਸਕੂਲ ਸਟੂਡੈਂਟ ਹੈਗੇ ਹੋ ਜਾਂ ਨਾਰਮਲ ਕੋਈ ਵੀ ਬੈਚਲਰਸ ਡਿਗਰੀ ਕੀਤੀ ਹੈ, ਵੀ ਤੁਸੀਂ ਹੀ ਸਿਰਫ ਸਟਰਗਲ ਕਰ ਰਹੇ ਹੋ। ਇੱਥੇ ਜਿਨ੍ਹਾਂ ਕੋਲ ਡਬਲ MA ਇਨ ਇੰਗਲਿਸ਼ ਹੈ, ਉਹ ਵੀ ਸਟਰਗਲ ਕਰ ਰਹੇ ਨੇ। ਐਂਡ ਜੇ ਅਗਰ ਤੁਸੀਂ ਡਬਲ MA ਇਨ ਇੰਗਲਿਸ਼ ਹੋ ਐਂਡ ਅਗਰ ਤੁਸੀਂ ਇਹ ਰਿਲੇਟ ਕਰ ਪਾ ਰਹੇ ਹੋ, ਮੇਕ ਸ਼ੋਰ ਤੁਸੀਂ ਕਮੈਂਟ ਕਰਕੇ ਦੱਸਣਾ। ਬਿਕਾਜ਼ ਅੰਗਰੇਜ਼ੀ ਲਿਖਣੀ ਅਤੇ ਬੋਲਣੀ ਇੱਕ ਐਸਾ ਸਬਜੈਕਟ ਹੈ, ਐਸੀ ਸਕਿੱਲ ਹੈ ਜੋ ਕਿ ਚਾਹੇ ਤੁਸੀਂ ਡਿਗਰੀ ਕਰ ਲਓ, ਉਹਦੇ ਨਾਲ ਨਹੀਂ ਆਉਂਦੀ ਹੈਗੀ। ਫੋਰ ਐਗਜ਼ਾਮਪਲ, ਆਈ ਐਮ ਨਾਟ ਡਬਲ MA or even MA in English, right? Still I'm a 9 band scorer in IELTS or PT. Still I know how to communicate in English, right? Still I'm very comfortable and quick and very, comfortable in speaking on any of the topics in front of people, right? ਚਾਹੇ ਜਿੰਨੇ ਮਰਜ਼ੀ ਹੋਣ, ਚਾਹੇ ਕਿੰਨੇ ਵੀ ਦੇਰ ਲਈ, ਕਿੰਨੇ ਕੁ ਘੰਟੇ ਬੋਲਣਾ ਹੋਵੇ, I can actually talk in English, right? ਹੁਣ ਇਹ ਕਿਵੇਂ ਆਈ ਆਦਤ ਹੈ? ਤਾਂ ਇੱਕ ਗੱਲ ਸਮਝੋ, ਕਮਿੰਗ ਬੈਕ ਟੂ ਦ ਟੋਪਿਕ, ਵੀ ਪੈਰਾਫਰੇਜ਼ ਕਰਨ ਦੀ ਐਬਿਲਿਟੀ ਕਿਉਂ ਸਾਡੇ 'ਚ ਘੱਟ ਹੈ? ਕਿਉਂਕਿ ਅਸੀਂ ਪੜ੍ਹਦੇ ਨਹੀਂ। ਹੁਣ ਜੇ ਇਹ ਐਬਿਲਿਟੀ ਨਹੀਂ ਅਸੀਂ ਪੈਦਾ ਕੀਤੀ, ਤਾਂ ਅਸੀਂ ਆਪਣੀ ਕਦੀ ਵੀ ਆਇਲਸ ਰਾਈਟਿੰਗ ਅਤੇ ਸਪੀਕਿੰਗ ਨੂੰ ਇੰਪਰੂਵ ਨਹੀਂ ਕਰ ਸਕਦੇ। ਪੈਰਾਫਰੇਜ਼ ਕਿੱਦਾਂ ਤੁਸੀਂ ਸਵਾਰਨਾ, ਚੀਜ਼ਾਂ ਨੂੰ ਕਰਨਾ, ਸਿੱਖਣਾ ਕਿੱਦਾਂ? ਦੇਖੋ, ਤੁਸੀਂ ਜਦ ਵੀ ਕੋਈ ਚੀਜ਼ ਨੂੰ ਪੜ੍ਹਦੇ ਹੋ, ਚਾਹੇ ਨਿਊਜ਼ਪੇਪਰ ਪੜ੍ਹਦੇ ਪਏ ਹੋ, ਚਾਹੇ ਕੋਈ ਆਨਲਾਈਨ ਰਿਸੋਰਸ ਪੜ੍ਹ ਰਹੇ ਹੈਗੇ ਹੋ, ਤਾਂ ਮੇਕ ਸ਼ੋਰ ਤੁਸੀਂ ਇੱਕ ਪੈਰਾਗ੍ਰਾਫ ਚੱਕਿਆ, ਓਰੀਜਨਲ ਟੈਕਸਟ ਜਿਹੜਾ ਹੋਏਗਾ ਉਹਦੇ ਵਿੱਚੋਂ ਤੁਸੀਂ ਉਹ ਪੈਰਾਗ੍ਰਾਫ ਨੂੰ ਪੜ੍ਹਨਾ ਹੈ, ਉਹਨੂੰ ਸਮਝਣਾ, ਠੀਕ ਹੈ। ਜਦੋਂ ਉਹਨੂੰ ਸਮਝ ਲਿਆ, ਮਨ 'ਚ ਬਿਠਾ ਲਿਆ, ਹੁਣ ਤੁਸੀਂ ਖੁਦ ਲਿਖਣ ਦੀ ਕੋਸ਼ਿਸ਼ ਕਰਨੀ ਹੈ ਜਾਂ ਬੋਲਣ ਦੀ ਕੋਸ਼ਿਸ਼ ਕਰਨੀ ਹੈ, ਠੀਕ ਹੈ। ਇੱਥੇ ਤੁਹਾਡੀ ਦੋ ਸਕਿੱਲਸ ਜਿਹੜੀਆਂ ਨੇ ਨਾ, ਉਹ ਇਨਟੂ ਪਲੇ ਆਉਣਗੀਆਂ। ਇੱਕ ਹੈ ਇੰਟਰਪ੍ਰੀਟੇਸ਼ਨ, ਦੂਜੀ ਹੈ ਰਿਟੈਂਸ਼ਨ। ਹੁਣ ਇੰਟਰਪ੍ਰੀਟੇਸ਼ਨ ਦਾ ਮਤਲਬ ਹੈ ਤੁਸੀਂ ਜੋ ਸਮਝਿਆ ਕਿੰਨਾ ਕਲੀਅਰਲੀ ਸਮਝਿਆ। ਰਿਟੈਂਸ਼ਨ ਦਾ ਮਤਲਬ ਹੈ ਤੁਸੀਂ ਕਿੰਨੀ ਦੇਰ ਲਈ ਉਹ ਇਨਫੋਰਮੇਸ਼ਨ ਨੂੰ ਦਿਮਾਗ 'ਚ ਬਿਠਾ ਕੇ ਰੱਖ ਸਕਦੇ ਹੋ ਜਦ ਤੁਸੀਂ ਲਿਖ ਰਹੇ ਹੋ ਜਾਂ ਬੋਲ ਰਹੇ ਹੋ। ਇਹੀ ਸੇਮ ਰਿਟੈਂਸ਼ਨ ਤੁਹਾਨੂੰ ਆਇਲਸ ਦੀ ਲਿਸਨਿੰਗ 'ਚ ਵੀ ਕੰਮ ਆਉਂਦੀ, ਕਿਉਂਕਿ ਤੁਸੀਂ ਸੁਣਦੇ ਹੋ ਅਤੇ ਭੁੱਲ ਜਾਂਦੇ ਹੋ, ਤੁਸੀਂ ਯਾਦ ਨਹੀਂ ਰੱਖ ਪਾਉਂਦੇ ਵੀ ਉਹਨੇ ਕੀ ਲਿਖਣਾ ਸੀਗਾ, ਤੁਸੀਂ ਜਦੋਂ ਲਿਖਣਾ ਸੀਗਾ। ਇਸੇ ਕਰਕੇ ਤੁਹਾਡੀ ਰਿਟੈਂਸ਼ਨ ਕਮਜ਼ੋਰ ਹੈ, ਤੁਹਾਡੀ ਇੰਟਰਪ੍ਰੀਟੇਸ਼ਨ ਵੀ ਵੀਕ ਹੈ। ਹੁਣ ਜਦ ਵੀ ਤੁਸੀਂ ਚੀਜ਼ ਪੜ੍ਹਦੇ ਹੋ ਤਾਂ ਮੇਕ ਸ਼ੋਰ ਤੁਸੀਂ ਇਹਨੂੰ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰੋ ਆਪਣੇ ਸ਼ਬਦਾਂ ਵਿੱਚ, ਠੀਕ ਹੈ। ਇਹਨੂੰ ਕਹਿੰਦੇ ਪੈਰਾਫਰੇਜ਼ ਕਰਨਾ। ਹੁਣ ਜਦੋਂ ਤੁਸੀਂ ਆਪਣੇ ਸ਼ਬਦਾਂ ਵਿੱਚ ਲਿਖਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਕਿਹੜੀ ਚੀਜ਼ਾਂ ਦਾ ਧਿਆਨ ਦੇਣਾ? ਇੱਕ, ਕੰਟੈਂਟ ਉੱਤੇ, ਵੀ ਜੋ ਕੰਟੈਂਟ ਮੈਂ ਪੜ੍ਹਿਆ ਐਗਜ਼ੈਕਟਲੀ ਪੂਰਾ ਦਾ ਪੂਰਾ ਕੰਟੈਂਟ ਮੈਂ ਉਹਨੂੰ ਐਕਸਪ੍ਰੈਸ ਕਰਾਂ। ਫਿਰ ਦੇਖਣਾ ਵੀ ਮੈਂ ਆਪਣੀ ਵਰਬ ਚੋਇਸ, ਜਿਹੜੀ ਐਡਜੈਕਟਿਵ ਦੀ ਚੋਇਸ ਹੈਗੀ ਹੈ, ਪ੍ਰੋਨਾਊਨਸ ਦੀ, ਨਾਊਨਸ ਦੀ, ਹੈ ਨਾ, ਜਿਹੜੀ ਇਹ ਚੀਜ਼ਾਂ ਨੇ, ਇਹ ਮੈਂ ਸਹੀ ਤਰ੍ਹਾਂ ਲਿਖਾਂ। ਫਿਰ ਮੈਂ ਦੇਖਣਾ ਵੀ ਮੈਂ ਹੁਣ ਗ੍ਰਾਮੈਟੀਕਲ ਸੈਂਸ ਵੀ ਦੇਖਾਂ, ਇਜ਼, ਐਨ, ਐਟ, ਆਫ, ਦ, ਹੈ ਨਾ। ਇਹ ਸਾਰੀ ਜਿਹੜੀ ਚੀਜ਼ਾਂ ਨੇ, ਇਹ ਵੀ ਠੀਕ ਮੈਂ ਲਿਖ ਰਿਹਾ ਕਿ ਨਹੀਂ ਲਿਖ ਰਿਹਾ, ਠੀਕ ਹੈ। ਹੁਣ ਜਦੋਂ ਤੁਸੀਂ ਚੀਜ਼ ਲਿਖ ਲਿੱਤੀ, ਤੁਸੀਂ ਰਿਲੇਟ ਕਰਨਾ ਆਪਣੇ ਓਰੀਜਨਲ ਟੈਕਸਟ ਦੇ ਨਾਲ। ਹੁਣ ਤੁਸੀਂ ਐਨਾਲਾਈਜ਼ ਕਰਨਾ, ਇੱਥੇ ਐਨਾਲਾਈਜ਼ ਕਰਨ ਦੀ ਐਬਿਲਿਟੀ ਕੰਮ ਆਏਗੀ, ਠੀਕ ਹੈ। ਐਨਾਲਾਈਜ਼ ਕਰੋ ਵੀ ਹਾਊ ਕਲੋਜ਼ਲੀ ਹੈਵ ਯੂ ਰਿਟਨ ਇਨ ਟਰਮਸ ਆਫ ਕੰਟੈਂਟ, in terms of your grammatical sense, in terms of your vocabulary, right, in terms of sentence formations, ਹੈ ਨਾ। ਕਿੱਥੇ ਤੁਸੀਂ synonyms ਯੂਜ਼ ਹੀ ਨਹੀਂ ਕਰ ਪਾਏ, ਕੋਈ ਵਰਡ ਨੂੰ ਬਾਰ-ਬਾਰ ਲਿਖ ਗਏ, ਜਦ ਕਿ ਓਰੀਜਨਲ ਟੈਕਸਟ ਦੇ ਵਿੱਚ ਰਾਈਟਰ ਨੇ ਬਹੁਤ ਕੁਝ ਲਿਖਿਆ ਸੀਗਾ। ਤਾਂ ਤੁਸੀਂ ਉੱਥੋਂ ਸਿੱਖੋ। ਹੁਣ ਜਦੋਂ ਤੁਸੀਂ ਐਨਾਲਾਈਜ਼ ਕਰੋਗੇ, ਤੁਹਾਨੂੰ ਪਤਾ ਚੱਲ ਜਾਏਗਾ ਵੀ ਮੈਂ ਕਿੰਨੇ ਕੁ ਪਾਣੀ 'ਚ ਹਾਂ, ਮੈਂ ਕਿੱਥੇ ਕਮਜ਼ੋਰ ਹਾਂ, ਕਿਹੜੇ ਸੈਗਮੈਂਟ 'ਚ ਕਮਜ਼ੋਰ ਹਾਂ। ਅਤੇ ਜਦੋਂ ਤੁਸੀਂ ਉਹਨੂੰ ਦੁਬਾਰਾ ਪੜ੍ਹ ਕੇ ਸਮਝ ਕੇ ਇੱਕ ਵਾਰੀ ਫਿਰ ਲਿਖਣ ਦੀ ਕੋਸ਼ਿਸ਼ ਕਰੋਗੇ, ਹਾਈਲੀ ਲਾਈਕਲੀ ਤੁਸੀਂ ਐਤਕੀ ਵਧੀਆ ਲਿਖ ਪਾਓਗੇ, ਹੈ ਨਾ। ਤਾਂ ਕੀ ਹੈ ਵੀ ਉਦੋਂ ਵੀ ਤੁਸੀਂ ਦੇਖੋਗੇ ਵੀ ਯਾਰ ਹਜੇ ਵੀ ਥੋੜ੍ਹੀ ਜਿਹੀ ਕਮੀ ਰਹਿ ਗਈ। ਤਾਂ ਜਦੋਂ ਤੁਸੀਂ ਥਰਡ ਅਟੈਂਪਟ ਦੁਬਾਰਾ ਲਿਖੋਗੇ ਨਾ, ਦੁਬਾਰਾ ਮਤਲਬ ਤਿਵਾਰਾ ਲਿਖੋਗੇ ਨਾ, ਜਦੋਂ ਤੀਜੀ ਵਾਰੀ, ਤਾਂ ਤੁਸੀਂ ਬਹੁਤ ਕੋਲ ਆ ਜਾਓਗੇ, ਠੀਕ ਹੈ। ਤਾਂ ਜਦੋਂ ਤੁਸੀਂ ਕੋਲ ਆ ਜਾਓਗੇ, ਹੁਣ ਤੁਹਾਨੂੰ ਕੀ ਆਏਗਾ? ਕੌਨਫੀਡੈਂਸ ਪੈਦਾ ਹੋ ਜਾਏਗਾ, ਕਿਉਂਕਿ ਤੁਸੀਂ ਕੰਮ ਕੀਤਾ ਹੈ, ਤੁਸੀਂ ਮਿਹਨਤ ਮਾਰੀ ਹੈ ਨਾ। ਇਹਦੇ ਨਾਲ ਕੀ ਹੋਊਗਾ? ਤੁਹਾਡੇ ਆਈਡੀਆਜ਼ ਬਿਲਡ ਹੋ ਜਾਣਗੇ ਮਨ ਦੇ ਵਿੱਚ, ਤੁਹਾਡੀ ਸੈਂਟੈਂਸ ਫਾਰਮੇਸ਼ਨਸ ਬਿਲਡ ਹੋ ਜਾਣਗੀਆਂ, ਤੁਹਾਨੂੰ ਵੋਕੈਬੂਲਰੀ, ਤੁਹਾਡੀ ਜਿਹੜੀ ਰੇਂਜ ਹੈ, ਜੋ ਕਿ ਇੱਕ ਇਵੈਲੂਏਟਿੰਗ ਪੈਰਾਮੀਟਰ ਹੈ ਤੁਹਾਡੇ ਆਇਲਸ ਦੇ ਐਗਜ਼ਾਮੀਨੇਸ਼ਨ ਦੇ ਵਿੱਚ ਜਾਂ ਕੋਈ ਵੀ ਹੋਰ ਐਗਜ਼ਾਮੀਨੇਸ਼ਨ ਵਿੱਚ, ਉਹ ਵੀ ਤਾਂ ਇੰਪਰੂਵ ਹੋ ਰਿਹਾ ਨਾ। ਤੁਹਾਨੂੰ ਕੋਈ ਸੈੱਟ ਆਫ ਵੋਕੈਬੂਲਰੀ ਆ ਰਹੀ ਹੈ, ਸਿਨੋਨਿਮਸ ਪਤਾ ਚੱਲ ਰਹੇ ਨੇ, ਕਿਵੇਂ ਕਿਸ ਸ਼ਬਦ ਨੂੰ ਵੱਖਰੇ ਸ਼ਬਦਾਂ 'ਚ ਕਿਵੇਂ ਲਿਖਿਆ ਜਾ ਸਕਦਾ ਹੈ, ਕਿਸ ਕੰਟੈਕਸਟ ਦੇ ਵਿੱਚ ਆਪਾਂ ਚੀਜ਼ ਨੂੰ ਲਿਖਣਾ, ਜਿਹਨੂੰ ਕਹਿੰਦੇ ਆਪਾਂ ਟੌਪਿਕ ਸੈਂਟਰਿਕ ਵੋਕੈਬੂਲਰੀ। ਅਗਰ ਇਹ ਤੁਸੀਂ ਪੈਰਾਫਰੇਜ਼ ਕਰਨ ਦੀ ਆਦਤ ਰੋਜ਼ ਪਾ ਲੈਂਦੇ ਹੋ,
ਬਾਰ-ਬਾਰ ਕਿਸੇ ਚੀਜ਼ ਨੂੰ ਪੜ੍ਹ ਕੇ ਲਿਖਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਦੱਸੋ ਕਿ ਤੁਸੀਂ ਕੁਇਕ ਨਹੀਂ ਹੋਵੋਗੇ, ਕਿ ਤੁਸੀਂ ਕੰਫਰਟੇਬਲ ਨਹੀਂ ਹੋਵੋਗੇ ਕਿਸੇ ਵੀ ਚੀਜ਼ ਨੂੰ ਲਿਖਣ ਲੱਗਿਆਂ। ਤਾਂ ਇੱਦਾਂ ਹੀ ਬੋਲਣ ਲੱਗਿਆਂ ਵੀ ਤਾਂ ਹੋਵੋਗੇ ਨਾ, ਬੋਲਣ ਲਈ ਵੀ ਤਾਂ ਸੋਚ ਚਾਹੀਦੀ ਨਾ। ਗੱਲ ਸਮਝ ਰਹੇ ਹੋ? ਜਦੋਂ ਤੁਸੀਂ ਕਿਸੇ ਚੀਜ਼ ਨੂੰ ਸੁਣਦੇ ਹੋ ਤਾਂ ਉਹਨੂੰ ਵੀ ਸੁਣ ਕੇ ਬੋਲਣ ਦੀ ਕੋਸ਼ਿਸ਼ ਕਰੋ, ਪ੍ਰੈਕਟਿਸ ਕਰੋ, ਰਿਕਾਰਡ ਕਰੋ। ਜਿਵੇਂ ਮੈਂ ਹੁਣ ਤੁਹਾਡੇ ਨਾਲ ਬੋਲ ਰਿਹਾ, ਠੀਕ ਹੈ, ਤਾਂ ਆਮ ਰਿਕਾਰਡਿੰਗ ਇਨ ਅ ਪੀਸ ਆਫ ਡਿਵਾਈਸ, ਠੀਕ ਹੈ, ਤਾਂ ਰਿਕਾਰਡ ਕਰ ਰਿਹਾ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਕਰ ਰਿਹਾ ਨਾ, ਤਾਂ ਜਦੋਂ ਤੁਸੀਂ ਰਿਕਾਰਡ ਕਰਦੇ ਹੋ ਆਪਣੀ ਕਮੀਆਂ ਨੂੰ ਖੁਦ ਦੇਖਿਆ ਕਰੋ ਵੀ ਮੈਂ ਕਿੱਥੇ ਮੇਰੀ ਕਮੀ ਰਹਿ ਗਈ। ਤਾਂ ਇਹ ਪੈਰਾਫਰੇਜ਼ ਕਰਨ ਦੀ ਜਿਹੜੀ ਐਬਿਲਿਟੀ ਹੈ ਕੈਨ ਮੇਕ ਯੂ ਇਨਟੂ ਅ ਗੁੱਡ ਕਮਿਊਨੀਕੇਟਰ, ਰਾਈਟ, ਬੀ ਇਟ ਇਨ ਟਰਮਸ ਆਫ ਸਪੀਕਿੰਗ ਔਰ ਰਾਈਟਿੰਗ। ਤੇ ਜੇ ਸਪੀਕਿੰਗ ਰਾਈਟਿੰਗ ਤੁਹਾਡੀ ਇੰਪਰੂਵ ਹੋ ਗਈ ਤਾਂ ਇਹਦਾ ਮਤਲਬ ਆਟੋਮੈਟਿਕਲੀ ਰੀਡਿੰਗ ਤੇ ਲਿਸਨਿੰਗ ਇੰਪਰੂਵ ਹੋਏਗੀ ਹੈ। ਇਹ ਹੋ ਨਹੀਂ ਸਕਦਾ ਜੇ ਕਿਸੇ ਦੀ ਰੀਡਿੰਗ ਆਪਣੀ ਸਪੀਕਿੰਗ ਤੇ ਰਾਈਟਿੰਗ ਬਹੁਤ ਵਧੀਆ ਹੋਵੇ ਤੇ ਰੀਡਿੰਗ ਲਿਸਨਿੰਗ ਕਮਜ਼ੋਰ ਹੋਵੇ, ਕਦੀ ਨਹੀਂ ਹੋ ਸਕਦਾ। ਵਾਈ? ਬਿਕਾਜ਼ ਜਿਹੜੀ ਤੁਹਾਡੀ ਸਪੀਕਿੰਗ ਹੈ ਤਾਂ ਰਾਈਟਿੰਗ ਹੈ, ਆਊਟਪੁੱਟਸ ਨੇ। ਰੀਡਿੰਗ ਤੇ ਜਿਹੜੀ ਲਿਸਨਿੰਗ ਹੈ ਉਹ ਇਨਪੁੱਟਸ ਹੈ। ਤਾਂ ਬਿਨਾਂ ਇਨਪੁੱਟ ਦੇ ਆਊਟਪੁੱਟ ਨਹੀਂ ਇੰਪਰੂਵ ਹੋ ਸਕਦੀ, ਪਰ ਪਹਿਲਾਂ ਇਨਪੁੱਟ ਨੂੰ ਇੰਪਰੂਵ ਕਰਨਾ ਪਏਗਾ ਤਾਂ ਆਊਟਪੁੱਟ ਇੰਪਰੂਵ ਹੋਏਗੀ। ਤਾਂ ਪੈਰਾਫਰੇਜ਼ ਕਰੋ, ਤੁਹਾਨੂੰ ਟੈਂਪਲੇਟਸ ਤੇ ਡਿਪੈਂਡੈਂਟ ਰਹਿਣ ਦੀ ਜ਼ਰੂਰਤ ਨਹੀਂ ਹੋਏਗੀ, ਠੀਕ ਹੈ ਨਾ। ਕਿਉਂ? ਤੁਸੀਂ ਟੈਂਪਲੇਟ ਯਾਦ ਵੀ ਕਰ ਲਿਆ ਤਾਂ ਵੀ ਤੁਹਾਨੂੰ ਪਤਾ ਵੀ ਮੈਂ ਕੀ ਲਿਖ ਸਕਦਾ, ਕਿੱਦਾਂ ਘੁਮਾ ਫਿਰਾ ਕੇ ਲਿਖ ਸਕਦਾ, ਹੈ ਨਾ। ਇਹ ਜਿਹੜਾ ਜਿਗਰਾ ਹੈ, ਜਿਹੜੀ ਕੈਪੇਬਿਲਿਟੀ ਹੈ ਨਾ, ਇਹ ਡਿਵੈਲਪ ਕਰਨੀ ਪੈਂਦੀ। ਇਟਸ ਐਨ ਆਰਟ, ਇਟਸ ਅ ਸਕਿੱਲ ਦੈਟ ਯੂ ਹੈਵ ਟੂ ਐਕਵਾਇਰ। ਐਂਡ ਹਾਊ ਡੂ ਯੂ ਐਕਵਾਇਰ? ਬਾਈ ਪ੍ਰੈਕਟਿਸਿੰਗ ਇਟ ਡੇ ਇਨ ਡੇ ਆਊਟ। ਹੁਣ ਜਿਵੇਂ ਡੇ ਇਨ ਡੇ ਆਊਟ ਦਾ ਮਤਲਬ ਰੋਜ਼ ਹੀ, ਦਿਨ ਰਾਤ। ਹੁਣ ਸੀ ਇਜ਼ ਦਾ ਵਰਡ ਆਫ ਦਾ ਡੇ, ਰਾਈਟ, ਡੇ ਇਨ ਡੇ ਆਊਟ। ਤੁਸੀਂ ਇਹਨੂੰ ਸਿੱਖੋ, ਤੁਸੀਂ ਇਹਨੂੰ ਆਪਣੀ ਅੱਜ ਸਪੀਕਿੰਗ ਰਾਈਟਿੰਗ ਦੇ ਵਿੱਚ ਯੂਜ਼ ਕਰ ਸਕਦੇ ਹੈਗੇ ਹੋ, ਰਾਈਟ। ਤਾਂ ਹੋਪਫੁਲੀ ਤੁਹਾਨੂੰ ਵੀਡੀਓ ਹੈਲਪਫੁਲ ਲੱਗੀ ਹੋਣੀ ਹੈ। ਅਗਰ ਤੁਹਾਨੂੰ ਚੰਗੀ ਲੱਗੀ, ਮੇਕ ਸ਼ੋਰ ਯੂ ਪ੍ਰੈਸ ਦ ਲਾਈਕ ਬਟਨ, ਪ੍ਰੈਸ ਦ ਬੈਲ ਆਈਕਨ, ਰਾਈਟ, ਫॉर notifications on your phone. If you're new to the channel, consider subscribing the channel. Comment down with your experiences and if you can relate to the video. And until then, see you in the next video. Bye.